जी सारिਆਂ ਨੂੰ ਸਤਿ ਸ਼੍ਰੀ ਅਕਾਲ जी। ਤੇ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਨੇ ਤੇ ਇੱਕ ਬਨੂੜ ਤੋਂ ਵੀਰ ਜੀ ਆਏ ਸੀ। ਅੱਜ ਦੀ ਜੋ ਮਹਾਮਾਰੀ ਦੇ ਵਿੱਚ ਵੀ ਜਿੱਥੇ ਲੋਕ ਬਚਣ ਦੀਆਂ ਗੱਲਾਂ ਕਰਦੇ ਨੇ ਤੇ ਉਹਦੇ ਨਾਲ ਹੀ ਤੁਹਾਨੂੰ ਅੱਜ ਇੱਕ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਨੇ ਜੋ ਬਹੁਤ ਹੀ ਦਰਦ ਭਰੀ ਉਹਨਾਂ ਦੀ ਕਹਾਣੀ ਹੈ। ਤੇ ਆ ਵਿਚਾਰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं धन्यवादी हाँ जागरूकता लहर वाला जिन्होंने मैंने उत्थों लेके भी आया, मेरा साथ दे रहे हैं 15 दिनों तो जी हर तरह की मेरी मदद कर रहे हैं जी। मैं सलाह देने रहा मैं सब अपने सिखवाऊंगा जी। वाहिगुरू जी बहुत बहुत धन्यवाद है तुम अपने चैनल के मैंने बुला के मेरी नाल दुख साझा कर लगा। ਇਹ ਵੀਰ ਜੀ ਤੁਸੀਂ ਕਿੱਦਾਂ ਆਏ ਉੱਥੇ ਉਹਦੇ ਬਾਰੇ ਦੱਸੋ। ਵੀਰ ਜੀ मैं ट्रक चलाਉਂਦਾ ਹਾਂ ਤੇ ਜੀ ਮੈਂ ਬਨੂੜ ਮੇਰਾ ਘਰ ਹੈ ਜੀ। मैं ਬਨੂੜ ਤੋਂ ਚੱਲਿਆ ਸੀਗਾ, ਗੱਡੀ ਭਰਨੀ ਹੈ ਜੀ, ਮਾਲ ਖਰੀਦ ਲਿਆ, ਸਭ ਕੁਝ ਹੋ ਗਿਆ। ਮੇਰੇ ਕੋਲ ਆਰਡਰ ਆ ਗਿਆ ਜੀ, ਗੱਡੀ ਭਰਨੀ ਹੈ 7.5 ਲੱਖ ਰੁਪਏ ਦਾ ਅੰਡਾ ਫਿੱਟੇ ਹੋਇਆ ਸੀਗਾ ਮਾਲ ਦਾ। ਤੇ ਇੱਥੇ ਲੇਬਰ ਇਕੱਠੀ ਹੋ ਜਾਂਦੀ ਹੈ ਸਾਡੀ ਜੀ, ਜਿਵੇਂ ਪਰਚੇ ਕਰੋ ਨਾ 5-7 ਬੰਦੇ ਹੁੰਦੇ ਆ, ਇੱਕ ਸਾਡਾ ਟਿਕਾਣਾ ਬਣਾਇਆ ਹੋਇਆ ਵੀ ਇੱਥੇ ਆ ਜਾਣ ਸਾਰੇ ਬੰਦੇ ਇਕੱਠੇ ਹੋ ਜਾਂਦੇ ਆ। ਮੈਂ ਵੀ ਉੱਥੇ ਪਹੁੰਚ ਜਾਣਾ ਗੱਡੀ ਲੈ ਕੇ, ਉੱਥੇ ਪਹੁੰਚਿਆ ਹੋਇਆ ਸੀ। ਹਾਲਾਂਕਿ ਮੈਂ ਇੱਥੇ ਇਕੱਲਾ ਸੀਗਾ, ਆਪਣੇ ਰੂਮ ਦੇ ਵਿੱਚ ਗਿਆ ਜੀ। ਮੈਂ ਇੱਥੇ ਥੋੜਾ ਜਿਹਾ ਮੇਰੇ ਨਾਲ ਕਿਸੇ ਬੰਦੇ ਦੀ ਬਣਦੀ ਬੰਦੀ ਇਕੱਠੇ ਆ, ਉਹਨੇ ਦੇਖਿਆ ਵੀ ਪੰਜਾਬ ਤੋਂ ਆਇਆ ਜਾਂ ਬਨੂੜ ਤੋਂ ਆਇਆ। ਉਹਨੇ ਚੱਕਿਆ 104 ਤੇ ਜਾਂ ਕਿਸੇ ਨੂੰ ਕਹਿ ਕੇ ਉਹਨੇ ਫੋਨ ਕਰਿਆ, ਮੈਨੂੰ ਪੱਕਾ ਪਤਾ ਉਹਨੇ ਫੋਨ ਕਰਿਆ ਜੀ। ਉਹਨੇ ਫੋਨ ਕਰਕੇ ਜਦੋਂ ਆਪਣੀ ਟੀਮ ਬੁਲਾ ਲਈ, ਕਹਿੰਦਾ ਵੀ ਇਹ ਬੰਦਾ ਪੰਜਾਬ ਤੋਂ ਆਇਆ ਤੇ ਮੈਨੂੰ ਸ਼ੱਕ ਹੈ ਇਹਦੇ ਕੁਆਰੰਟਾਈਨ ਦਾ ਮਰੀਜ਼ ਹੈ। ਹਾਂਜੀ ਤੇ ਥੋੜੀ ਦੇਰ ਬਾਅਦ ਟੀਮ ਆ ਗਈ ਸਰ। ਟੀਮ ਵਾਲਾ ਨੇ ਜੀ ਨਾ ਤਾਂ ਕੋਈ ਸਰ ਮੈਨੂੰ ਚੈੱਕ ਕੀਤਾ, ਨਾ ਕੋਈ ਮੇਰਾ ਟੈਸਟ ਲਿਆ ਜੀ। ਇਹਨਾਂ ਨੇ ਮੇਰੀ ਨਬਜ਼ ਤੱਕ ਨਹੀਂ ਦਿੱਤੀ। ਆ ਕੇ ਕਹਿੰਦੇ ਜੀ ਤੁਸੀਂ ਕਿੱਥੋਂ ਆਏ? ਮੈਂ ਕਿਹਾ ਬਨੂੜ ਤੋਂ ਆਇਆ। ਪੰਜਾਬ ਤੋਂ ਆਇਆ ਨਾ? ਮੈਂ ਕਿਹਾ ਹਾਂਜੀ ਪੰਜਾਬ ਤੋਂ ਆਇਆ। ਪੰਜਾਬ 20 ਕਿਲੋਮੀਟਰ ਘਰ ਜੀ। ਮੈਂ ਕਹਿੰਦਾ ਜੀ ਸਾਡੇ ਕੋਲ ਰਿਪੋਰਟ ਆ ਗਿਆ ਤੁਹਾਡੀ ਵੀ ਤੁਹਾਨੂੰ ਅਸੀਂ ਕੁਆਰੰਟਾਈਨ ਕਰਨਾ। ਸਰ ਮੈਂ ਤਾਂ ਇਹ ਨਹੀਂ ਪਤਾ ਕੁਆਰੰਟਾਈਨ ਹੁੰਦਾ ਹੈ, ਸੱਚ ਪੁੱਛੋ ਤਾਂ ਇਹ। ਚਲੋ ਮੈਂ ਕਿਹਾ ਜੀ ਕੋਈ ਗੱਲ ਨਹੀਂ। ਮੈਂ ਜੀ ਉਹਨਾਂ ਨੇ ਮੇਰਾ ਪਰਚਾ ਲਾਤਾ ਜੀ, ਲਿਖ ਕੇ ਮੇਰੇ ਦਰਵਾਜ਼ੇ ਦੇ ਬਾਹਰ ਪਰਚਾ ਲਾ ਕੇ ਸਰ ਮੈਨੂੰ ਕਹਿੰਦਾ ਕਿ ਤੁਸੀਂ 14 ਦਿਨ ਕਿਤੇ ਨਹੀਂ ਜਾ ਸਕਦੇ, ਅੰਦਰ ਰਹੋਗੇ ਇੱਥੇ। ਮੈਂ ਕਿਹਾ 14 ਦਿਨ ਅੰਦਰ ਆਵਾਂਗਾ? ਕਹਿੰਦਾ ਹਾਂਜੀ। ਕਹਿੰਦਾ ਤੁਹਾਨੂੰ ਕੁਆਰੰਟਾਈਨ ਕਰਤਾ ਇੱਥੇ। ਕਮਰਾ ਕਿਹੜਾ ਸੀ ਜੀ ਉੱਥੇ? ਕਮਰਾ ਸਰ ਪੀਜੀ ਰੂਮ ਹੈ ਜੀ ਬਰਵਾਲੇ ਦੇ ਵਿੱਚ ਨਾ ਸਰ। ਹਾਂਜੀ ਜ਼ਿਲ੍ਹਾ ਪੰਚਕੂਲਾ 에ਅਰਫੋਰਸ ਦੇ ਨੇੜੇ ਹੈ ਜੀ। ਠੀਕ ਹਾਂ, ਉੱਥੇ ਮੈਂ ਕਮਰਾ ਲਿਆ ਹੋਇਆ ਆਪਣੇ ਕਿਰਾਏ ਤੇ। ਕਮਰੇ ਦੇ ਵਿੱਚ ਹੀ ਮੈਨੂੰ ਉਹ ਕਰਕੇ ਗਏ ਕੰਪਨੀ ਦੇ ਨਾਲ। ਹਾਂਜੀ ਵੀ ਜਾਣਾ ਨਹੀਂ ਹੈ ਕਿਤੇ। ਅੱਛਾ ਜੀ। ਹਾਂਜੀ तो चलो सर मैं 7 बजे हमने जी ठीक है नहीं जाते हैं, मैंने पता बीमारी बड़ी भयानक चल रही है। तो सर उन्होंने मैं कहा डॉक्टर साहब ने जो सेवादार से नाल मैं कहा ठीक है जी देखो 14 दिन कटने बहुत औखे कमरे ਦੇ ਵਿੱਚ ਵੀ ਤੁਸੀਂ ਮੇਰੇ ਰਾਸ਼ਨ ਪਾਣੀ ਦਾ ਇੰਤਜ਼ਾਮ ਕਰ ਦਿਓ, ਮੇਰੇ ਕੋਲ 2 ਟਾਈਮ ਦੀ ਰੋਟੀ ਦੇ ਦਿਆ ਕਰੋ ਤੇ 2 ਕੱਪ ਚਾਹ ਦੇ ਬਣਾਉਣੇ ਹੁੰਦੇ ਆ। ਵੀ ਕਹਿੰਦੇ ਜਿੰਨੇ ਅਸੀਂ ਇਹ नहीं कर सकते हम लोग, आप यहाँ से मांग के खा लियो। उन्होंने कहा जी हाँ जी जी एंबुलेंस वाली टीम आई थी तो मैं ना कहा जब इस तरह हाथ फेरा जी मैं डाढ़े दे। मैं डॉक्टर साहब मेरा डाढ़ा कोई तो डाढ़ा लगे ये तो मंगा जाए मैं मांग के खाऊंगा चंगा लगता है। मैं कहना मांग के खाऊं? कहता नहीं जी अरेंजमेंट आप खुद करो बेटा इसका। वो तक 3-4 रोज मेरे पड़ोसी खड़े थे, उन्होंने सेवादार ने कहा सरदार जी को कुछ खाने को दे दिया करो। तो मैंने सब उत्तर कहा, मैं कहा मैडम कहने नहीं देना, चले परदेसी बंदे हैं कमा अपने सवेरे जाते हैं शाम को आते हैं कमा कर चले जाते हैं सारे। जो ना कुछ नहीं उन्होंने कहा कुछ आप बाहर नहीं जा सकते, किसी को नहीं मिल सकते। उस तो बाद सर मैं वीडियो पाई अपनी बना के अपना मैं दुख साझा कराया बहुत दुख कराया। लेकिन रोटी में 2-3 दिन बिना रोटी के कटे जी। मैंने बताने किस तरह बहुत औखा हो गया सर। आज टाइम याद अंदाज मैंने पता लगता तो कागजा पड़ता भी सब कुछ काम करवाना बंदा ठीक ठाक है। अपने घरों में ठीक ठाक मेरा परिवार से भी इलाज है, लेकिन वहाँ के अंदर तो काम रहा। हाँ कोई हरियाणा सरकार ने मेरी किसी ने कोई मदद नहीं की सर। मैं सबनों फोन करके देखे 104 से भी फोन कराया और भी फोन किया जी। इतों तक कि सर MLA साहब ने पता, DC साहब ने पता जी, मजिस्ट्रेट साहब है सबने पता जी कि कोई बंदा क्वारंटाइन किया हुआ और खाना रहा तो कोई चीज खान नहीं है। तो लेकिन मेरे को फिर भी किसी ने कोई मदद नहीं भेजी। फिर जी ਤੁਹਾਨੂੰ ਰੋਟੀ ਪਾਣੀ ਕਿਹਨੇ ਦਿੱਤਾ? सर कोई संस्था वाले की ਉੱਥੇ ਨਾ ਖੇੜਾ ਇੱਕ ਪੀਰ ਬਾਬਾ ਕਹਿ ਲੋ ਜਾਂ ਖੇੜਾ ਆਪਣੇ ਪਿੰਡਾਂ 'ਚ ਖੇੜਾ ਕਹਿ ਦਿੰਦੇ ਆ। ਕੋਈ ਪੰਡਤ ਜੀ ਕਰਕੇ ਆ ਵਿਚਾਰੇ ਬਰਵਾਲੇ ਦੇ ਰਹਿਣ ਵਾਲੇ, ਉਹਨਾਂ ਨੇ ਜਿਵੇਂ ਮੇਰੇ 12 ਦਿਨਾਂ ਦੇ ਡੱਟ ਕੇ ਸੇਵਾ ਕਰੀ ਸਭ ਉਹਨਾਂ ਰੋਟੀ ਪਾਣੀ ਦੋਨੋਂ ਟਾਈਮ ਮੇਰੇ ਕੋਲ ਆਪ ਆਉਂਦਾ ਵੀ ਸੀ। ਮੈਂ ਖਬਰ ਸਾਰ ਗਈ ਉਹਨੇ ਬੰਦੇ ਨੇ ਮੇਰੇ ਨਾਲ ਮੈਂ ਹੁੰਦਾ ਹੁੰਦਾ ਸੀਗਾ ਜੀ। ਮੈਂ ਧੰਨਵਾਦ ਕਰਦਾ ਉਹ ਵੀਰ ਦਾ ਵੀ ਦੇਖੇ ਮੈਨੂੰ तो जी ਉਹਨੇ ਬਚਾਇਆ ਨਹੀਂ ਤਾਂ ਪਤਾ ਨਹੀਂ ਜੀ ਕੀ ਬਣਨਾ ਸੀਗਾ, ਬੜਾ ਔਖਾ। ਫਿਰ ਅੱਗੇ ਦੀ ਕਾਰਵਾਈ ਕਿਹਨੇ ਕੀਤੀ ਹੋਵੇ ਦੱਸੋ? कार्रवाई सर की 3-4 दिन बाद मेरे को फिर आई डॉक्टर आई
ਤੇ 2-3 ਸੇਵਾਦਾਰ ਸੀਗੇ ਨਾਲ ਉਹਨਾਂ ਦੇ ਜੀ। ਉਹ ਆਏ ਜੀ, ਇਹਨਾਂ ਨੇ ਇੱਕ ਮਸ਼ੀਨ ਜੀ ਹੁੰਦੀ ਹੈ ਟੈਂਪਰੇਚਰ ਚੈੱਕ ਕਰਨ ਵਾਲੀ ਮੱਥੇ ਦੇ ਉੱਤੇ, ਉਹਨਾਂ ਨੇ ਲਾ ਕੇ ਤਾਂ ਮੈਨੂੰ ਇਸ ਤਰ੍ਹਾਂ ਦੇਖਿਆ तो जी आपको तो कुछ भी नहीं हुआ होगा। मैं कहा जी हाँ, मैं तो कुछ भी नहीं है, ठीक है, आप बिल्कुल नॉर्मल है आप। और मैं कहा जी चलो जी नॉर्मल है, मैं तो कुछ भी नहीं हुआ होगा, अभी पहले भी मेरा क्या चेक नहीं किया, चलो हम तुझे कह रहे हैं कि चलो आगे तुझे 3-4 दिन बाद चेक करना आगे भी बच्चे मैं नॉर्मल है, मुझे जान दो, मैं अपना काम धंधा देखता हूँ, ऐसे काम करने को बैठाया। मैं मैंने नहीं जी हम जाने नहीं दे सकते आपको। उन्होंने मना करता जी, फिर जब के वो रिपोर्ट मेरी नॉर्मल आई, टेस्ट टूस्ट उन्होंने कुछ नहीं किया जी, सिर्फ कैमरे देखे आधार में चला गया मशीन, ठीक है कहते कुछ हटा सकते हैं। 5-4 बंदे और भी खड़े थे नाल घंटी ना कहता जी इनसे कुछ नहीं घबराना नहीं, हालांकि पता नब्बे करते बंदे लोग करते जी, मुझे मैं खर्च बोल रहा है ना बाहर खड़े हैं सारे अंदर मुंह के अंदर बढ़ जाते थे, ऐना मतलब असर पड़ा होता। तो बाद फिर उन्होंने कहा, डॉक्टर ने कहा ये तो कुछ नहीं हो रहा है, ठीक है, मतलब ऐसे क्वारंटाइन कर रहे थे ताकि बाहर से आए पर से मैं कहा जी मैंने हुण इन्होंने डॉक्टर ने मेरा पर्चा फाड़ता ਤਾਂ ਜੀ ਕਹਿੰਦਾ ਕਿ ਅਸੀਂ ਹੁਣੇ ਆ ਰਹੇ ਹਾਂ ਤੁਹਾਡੇ ਕੋਲ। ਮੈਂ ਕਿਹਾ ਨਹੀਂ ਵੀਰ ਜੀ ਅੱਜ ਨਾ ਆਇਓ, ਮੈਨੂੰ ਥੋੜਾ ਜਿਹਾ ਕੰਮ ਹੈ। ਮੈਂ ਇਹਨਾਂ ਨੂੰ ਰੋਕਿਆ, ਫਿਰ ਸਵੇਰ ਦੇ 3-4 ਫੋਨ ਆਏ ਜਿਨ੍ਹਾਂ ਦੇ ਮੇਰੇ ਕੋਲ, ਕੋਈ ਹਰਵਿੰਦਰ ਸਿੰਘ ਬੋਬੀ ਜਾਂ ਭੰਕਰ ਬਟਾ ਉਹਨੇ ਵਿਚਾਰੇ ਨੇ ਫੋਨ ਕਰਿਆ, ਉਹਨੇ ਫੋਨ ਕਰਕੇ ਕਹਿੰਦਾ ਸਾਜੀ ਹੁਣ ਆ ਜਾਈਏ। ਮੈਂ ਕਿਹਾ ਜੀ ਹੁਣ ਆ ਜਾਓ। तो फिर वो मेरे को गए जी, बेचारे मोटरसाइकिल पे गए, 2 बंदे लेके आए जी। मैं उत्थां तो मैं रेडी रहा ना जी, सिख कौम का जो है योधे भाई साडी कौम दे विच भी इन्ने उहदे विच भी फिर भी उन्होंने कहते भी दसो जी पहुंचिए, साडा काम है पहुंचना, तुहानू फिक्र नहीं है, ਅਸੀਂ ਆਵਾਂਗੇ ਜਿਵੇਂ ਮਰਜ਼ੀ ਕਰੀਏ ਜੀ। को मैं बुलाया ने ਅੱਜ ਮੈਨੂੰ ਉਹੀ ਲੈ ਕੇ ਆਏ ਜੀ। ਜਿਹੜੇ ਡਾਕਟਰ ਸੀ, ਡਾਕਟਰਾਂ ਦੀ ਟੀਮ ਨੇ ਅੱਜ ਤੁਹਾਨੂੰ ਅੱਜ ਚੈੱਕ ਕੀਤਾ, ਕੱਲ ਚੈੱਕ ਕੀਤਾ, ਜਿਹੜੀ ਅੱਜ ਕਲੀਨ ਚਿੱਟ ਦਿੱਤੀ ਆ ਤੁਹਾਨੂੰ ਡਾਕਟਰ ਨੇ ਤਾਂ ਸਰ ਉਹਨਾਂ ਜਿਸ ਟਾਈਮ ਕੱਲ ਮੈਂ ਉਹਨਾਂ ਨੂੰ ਆਈ ਮੈਨੂੰ ਡਿਸਚਾਰਜ ਕਰਿਆ ਡਾਕਟਰ ਲਾਸਟ ਵਾਰੀ ਕੱਲ ਲਾਸਟ ਹਾਂਜੀ 29 ਤਰੀਕ ਸੀਗੀ ਸਰ ਮੇਰੇ ਹਾਂਜੀ ਕੱਲ ਮੇਰਾ 30 ਹੋ ਗਈ ਸੀਗੀ ਕੱਲ ਹਾਂਜੀ ਹਾਂ ਤਾਂ 30 ਨੂੰ ਮੈਂ ਫਿਰ ਵੀਡੀਓ ਪਾਤੀ। ਮੈਂ ਕਿਹਾ ਵੀ ਦੇਖੋ ਹੁਣ ਤਾਂ ਮੇਰਾ ਜਨਮ 29 ਤਰੀਕ ਲਿਖੀ ਹੋਈ ਹੈ, ਵੀ ਮੈਨੂੰ ਛੱਡੋ ਹੁਣ ਤਾਂ ਹਾਂਜੀ। ਤਾਂ ਮੈਨੂੰ ਇੱਕ ਦੋ ਬੰਦਿਆਂ ਦੇ ਵਿੱਚੋਂ ਸਲਾਹ ਦੇਈ, ਕਹਿੰਦੇ ਮੇਰਾ 29 ਤਰੀਕ ਜਦ ਤੇਰੀ 12 ਵਜੇ ਰਾਤ ਨੂੰ ਪੂਰੀ ਹੋ ਗਈ ਉਸ ਤੋਂ ਬਾਅਦ ਛੱਡਾਂਗੇ ਕਹਿੰਦਾ ਹੈ। ਠੀਕ ਹੈ ਚਲੋ ਜੀ ਕੱਲ 30 ਵੀ ਹੋ ਗਈ ਤਾਂ ਮੈਂ ਜਿਹੜਾ ਪ੍ਰਧਾਨ ਸੀਗਾ ਜੀ, ਮੇਰੇ ਕੋਲ ਇੱਕ ਬੰਦਾ ਵਿਚਾਰਾ ਉੱਥੇ ਖੇੜੇ ਦਾ ਹਾਂਜੀ ਜਿਹੜਾ ਰੋਟੀ ਲੈ ਕੇ ਆਉਂਦਾ ਮੇਰੇ ਕੋਲ ਹਾਂਜੀ, ਉਹਨੇ ਫਿਰ ਮੇਰਾ ਸਾਥ ਦਿਆ। ਉਹ ਬੰਦੇ ਨਾਲ ਗਿਆ ਡਾਕਟਰ ਦੇ ਕੋਲ ਗਿਆ ਜੀ, ਕਹਿੰਦਾ ਵੀ ਦੇਖੋ ਰਾਤ ਹੀ ਰੋਕੇ ਹੋਏ ਵੀ ਤੁਸੀਂ ਉਹਨੂੰ ਛੱਡ ਕਿਉਂ ਨਹੀਂ ਰਹੇ, ਜਦ ਤੁਹਾਡਾ 29 ਤਰੀਕ ਦਾ ਬੁਲਾਇਆ ਤੁਸੀਂ ਜਾ ਕੇ ਉਹਨੂੰ ਛੱਡੋ। ਤਾਂ ਜੀ ਸਰ ਆ ਗਏ ਜੀ ਡਾਕਟਰ ਸਵੇਰੇ 2 ਡਾਕਟਰ ਇੱਕ ਸੇਵਾਦਾਰ ਸੀਗਾ ਨਾਲ 2 ਉਹ ਆਏ ਜਿਹਨਾਂ ਨੇ ਆ ਕੇ ਕਹਿੰਦਾ ਤਾਂ ਮੇਰਾ ਜਿਹੜਾ ਪਰਚਾ ਲੱਗਿਆ ਜਿਹਨਾਂ ਨੂੰ ਫਾੜਿਆ ਉਹ ਫਾੜ ਕੇ ਇੱਕ ਵਾਰ ਚੈੱਕ ਕਰਿਆ ਜੀ, ਮੈਨੂੰ ਚੈੱਕ ਕਰਕੇ ਤੁਸੀਂ ਜਾਓ ਜੀ ਆ ਕਹਿੰਦੇ ਮੈਨੂੰ ਕੋਈ ਟੈਸਟ ਨਹੀਂ ਲਿਆ, ਮੇਰਾ ਕੋਈ ਕੁਝ ਨਹੀਂ ਕਰਿਆ ਸਰ। तो मैं डॉक्टर ने सर मैं रिक्वेस्ट की अपनी जान, उन्होंने बुरा लग्या तो मैं कहा डॉक्टर साहब जी तुसीं ये दसो कि तुसीं मैंने 15 दिन पहले बंद कर दिए 16 दिन पहले मैं तुहानूं उस दिन भी कहा था मेरे को खाण पीण नूं कुछ नहीं है, थानूं तो नहीं पता मेरे को रोटी आ रही नहीं आ रही, ठीक है मेरे को संस्था मुझे रोटी दे रही है मैं खा रहा लेकिन थानूं तो यही है मेरे को है नहीं कुछ भी। मैं कहा तुहाडा कोई फर्ज बनता है मैनूं आके देख रहे भी बंदा मैं ऐसी बंद क्वारंटाइन किया होया भी मामूल गया कि जिंदा आया। मैं कहा साडा फर्ज बनता सीगा तुसीं एक बार नहीं मेरा पुछया, कहंदा अज आ तो गए। मैं कहा जी अज आए ना तुसीं अज छड्डना मैनूं, और डॉक्टर ने मैं कहा मैं कहा अज तां छड्डना नाले मैं कहा तुसीं अपनी मर्जी नाल नहीं आए, ये भी मैं किसी नूं कहा और तुहाडे कोल गया ने बेनती कीती तुसीं तां आए हैं। तो जी उन्हें इन्ना बुरा लगा जाके तो डॉक्टर नूं वही सरना आ गए, उन्होंने जाके सर मेरी ये भी कंप्लेंट की ना डॉक्टर नूं, कहते जी हमको सरदार जी ऐसे ऐसे करके बोला भी अच्छी तरह से हमारे साथ इसने वो नहीं करा आओ भक्त नहीं करा आओ भक्त सर मैं की करता ना देखा उन्हें जी बंदे लंबा लाया मेरे को कहते देखो जी हमने तो आपके कहने पे छोड़ दिया, उन्हें एक कहा हमने तो आपके कहने पे छोड़ दिया था इनको भी नहीं तो हो सकता हम शाम को भेजते टीम अपनी। तो सर उन्हें बेचारे ने मैंने तुरंत फोन किया, कहना सर जी आपने इनको कुछ बोलिया था अपनी भाषा में कहा जी हरियाणवी। मैं कहा सर मैंने तो कुछ नहीं कहा भी मेरे को दर्द था, मैंने इनको यही कहा था कि देखो आज 15 दिन हो गया आप देख तो जाते मुझे एक बार रास्ते में 15 दिन में ना ना थानू नहीं कहना चाहिए था। मैं कहा और मैं क्या कहना जब मेरे को कोई आया नहीं तो मेरा चेकअप नहीं कितना होना है पर्चा लाता लाके चली गई जाओ जी एक गल बन दी सर ता जी वो भी इन्होंने ना क्या देखो मतलब मेरे सामने भी कहा डॉक्टर ने हाँ कहना जी हम तो इनके कहने पे छोड़ दिया अस्पताल ठीक है सर ये प्रशासन दे हाल है। ਇਹ ਸੀ ਜੀ ਬਨੋੜ ਦੇ ਸਾਡੇ ਡਰਾਈਵਰ ਵੀਰ ਜੀ, ਦੇਖੋ ਕਿੱਡੀ ਦਰਦਨਾਕ ਕਹਾਣੀ ਸੁਣਾਈ ਹੈ ਜੋ ਕਿ ਹਰਿਆਣਾ ਸਰਕਾਰ ਵੱਲੋਂ ਕੋਈ ਚੈਕਿੰਗ ਕਰਨੀ ਆ ਕੋਈ ਕੁਛ ਕਰਨੀ ਆ। ਉੱਥੇ ਇਹਨਾਂ ਨੇ ਦੱਸਿਆ ਵੀ ਧਮਾਨ ਟ੍ਰਿਓ ਨਿਊਜ਼ ਦੀ ਜੋ ਟੀਮ ਪਹੁੰਚੀ ਆਪਣਾ ਜਾਗਰੂਕਤਾ ਲਹਿਰ ਦੇ ਮੁੰਡੇ ਪਹੁੰਚੇ, ਉਹ ਟੀਮ ਪਹੁੰਚੀ ਤੇ ਉਹਨਾਂ ਨੇ ਸਾਰੀ ਕਾਰਵਾਈ ਕਰਕੇ ਇਹਨਾਂ ਨੂੰ ਉੱਥੋਂ ਲਿਆਂਦਾ
ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਗਰ ਪ੍ਰਸ਼ਾਸਨ ਡਰਾਈਵਰ ਵੀਰਾਂ ਦੇ ਨਾਲ ਇਸ ਤਰ੍ਹਾਂ ਕਰੇਗਾ ਤਾਂ ਉਹ ਤੁਹਾਡਾ ਕਦੋਂ ਸਾਥ ਦੇਣਗੇ, ਜਦ ਕਿ ਤੁਹਾਨੂੰ ਉਹਨਾਂ ਦੀ ਪੂਰੀ ਮਦਦ ਕਰਨੀ ਚਾਹੀਦੀ ਸੀਗੀ। ਲੇਕਿਨ ਹਰਿਆਣਾ ਬਰਵਾਲਾ ਪ੍ਰਸ਼ਾਸਨ ਨੇ ਬਿਲਕੁਲ ਵੀ ਕਿਸੇ ਤਰ੍ਹਾਂ ਦੀ ਵੀ ਉਹਨਾਂ ਦੀ ਮਦਦ ਨਹੀਂ ਕੀਤੀ।